ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੇ ਮੈਂ ਹਾਂ ਨਵਜੀਤ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਅਹਿਮ ਚਰਚਾ ਕੀਤੀ ਜਾਂਦੀ ਹੈ ਤੇ ਚਰਚਾ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਅਮਰੀਕਾ ਨੇ ਪਾਕਿਸਤਾਨ ਦੀਆਂ ਅੰਤਰਰਾਸ਼ਟਰੀ ਉਡਾਨਾਂ ਦੇ ਉੱਪਰ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ 8 ਹੋਰ ਦੇਸ਼ਾਂ ਨੇ ਵੀ ਲਗਾਈ ਸੀ। ਹੁਣ ਇਸ ਸਾਰੀ ਕਾਰਵਾਈ ਨੂੰ ਕਿਵੇਂ ਦੇਖਿਆ ਜਾਵੇ? ਇਹ ਇਦਾਂ ਹੀ ਹੋਣਾ ਸੀ ਜੀ। ਪਾਕਿਸਤਾਨ ਦੀ ਸਰਕਾਰ, ਪਾਕਿਸਤਾਨ ਦਾ ਡਾਇਰੈਕਟੋਰੇਟ ਜਨਰਲ ਸਿਵਲ ਐਵੀਏਸ਼ਨ ਤੇ ਪਾਕਿਸਤਾਨ ਦੀ ਇੰਟਰਨੈਸ਼ਨਲ 에ਅਰਲਾਈਨਸ, ਇਹ ਤਿੰਨੇ ਇਸ ਗੱਲ ਦਾ ਖਿਆਲ ਨਹੀਂ ਸੀ ਕਰ ਰਹੇ ਕਿ ਦੁਨੀਆ ਸਾਡੇ ਵੱਲ ਵੇਖਦੀ ਹੈ। ਇਹਨਾਂ ਲਾਪਰਵਾਹੀ ਕੀਤੀ। ਜਦੋਂ 262 ਪਾਇਲਟਸ ਦੀ ਇਹ ਸ਼ਿਕਾਇਤ ਆ ਗਈ ਕਿ ਉਹਨਾਂ ਦੇ ਕੋਲ ਜਾਅਲੀ ਲਾਇਸੈਂਸ ਨੇ ਜੀ, ਪਤਾ ਹੀ ਨਹੀਂ ਕਿੱਥੋਂ ਉਹਨਾਂ ਨੇ ਜਹਾਜ਼ ਉਡਾਉਣੇ ਸਿੱਖੇ ਤੇ ਲਾਇਸੈਂਸ ਕਿੱਦਾਂ ਬਣਾ ਲਏ। ਸਰਕਾਰ ਤੋਂ ਲਾਇਸੈਂਸ ਲਏ ਨਹੀਂ ਤੇ ਕਿਸੇ ਨੇ ਚੈੱਕ ਵੀ ਨਹੀਂ ਕੀਤੇ ਤੇ ਉਹਨਾਂ ਨੂੰ ਜਹਾਜ਼ ਫੜਾਤੇ ਉਡਾਉਣ ਵਾਸਤੇ। ਜੀ, ਜਦੋਂ ਇੰਟਰਨੈਸ਼ਨਲ ਲੈਵਲ ਤੇ ਫਲਾਈਟਸ ਲੈ ਕੇ ਜਾਂਦੇ ਨੇ, 11 ਕਿਲੋਮੀਟਰ ਹਾਈਟ ਦੇ ਉੱਤੇ ਇੰਨੀ ਉਚਾਈ ਤੇ ਜਹਾਜ਼ ਉੱਡਦਾ ਹੁੰਦਾ, 350 ਦੇ ਨੇੜੇ ਤੇੜੇ ਮੁਸਾਫਰ ਉਹਦੇ 'ਚ ਹੁੰਦੇ ਨੇ। ਉਹਨਾਂ ਸਾਰਿਆਂ ਦੀ ਜਾਨ ਇੱਕ ਜਾਅਲੀ ਪਾਇਲਟ ਦੇ ਹੱਥ ਵਿੱਚ ਹੁੰਦੀ ਆ। ਇੱਕ ਕਿੱਡਾ ਵੱਡਾ ਗੁਨਾਹ। ਇਹਦੇ ਉੱਤੇ ਸਭ ਤੋਂ ਪਹਿਲਾਂ ਕਤਰ ਏਅਰਵੇਜ਼ ਵਾਲਿਆਂ ਨੇ ਆਖਿਆ ਕਿ ਸਾਨੂੰ ਆ ਸ਼ਿਕਾਇਤ ਮਿਲੀ ਆ ਤੇ ਇਹਨਾਂ ਦੀ ਪੜਤਾਲ ਕਰਾਓ ਜੀ। ਉਹਨਾਂ ਚਿਰ ਤੱਕ ਉਹਨਾਂ ਕੰਮ ਤੋਂ ਹਟਾਤੇ। ਫਿਰ UAE ਨੇ ਹਟਾਏ, ਫਿਰ ਵੀਅਤਨਾਮ ਨੇ ਹਟਾਏ। ਉਹਦੇ ਬਾਅਦ ਯੂਰਪੀਅਨ ਯੂਨੀਅਨ ਦੇ 28 ਦੇਸ਼ਾਂ ਨੇ ਹਟਾਤੇ। ਯੂਰਪੀਅਨ ਯੂਨੀਅਨ ਨੇ ਆਖਿਆ ਕਿ ਇਹਨਾਂ ਦਾ ਕੋਈ ਵੀ ਪਾਇਲਟ ਇਹਨਾਂ ਦੀ ਪਾਕਿਸਤਾਨ ਇੰਟਰਨੈਸ਼ਨਲ ਏਅਰਵੇਜ਼ ਦਾ ਹੋਵੇ ਜੀ, ਜਾਂ ਕੋਈ ਪਾਕਿਸਤਾਨੀ ਪਾਇਲਟ ਕਿਸੇ ਵੀ ਹੋਰ ਏਅਰਲਾਈਨ ਦਾ ਹੋਵੇ, ਜੇ ਉਹ ਆਉਂਦਾ ਤੇ ਇਹ ਜਹਾਜ਼ ਨਾ ਆਉਣ ਦਿੱਤੇ ਜਾਣ। ਹੁਣ ਜਦੋਂ ਇਹ ਕਹਿਤਾ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਵੇਜ਼ ਦੀਆਂ ਨਹੀਂ ਹੋਣੀ, ਇਹ ਤੋਂ ਬਾਅਦ ਇਹਨਾਂ ਪੜਤਾਲ ਸ਼ੁਰੂ ਕੀਤੀ। 28 ਪਾਇਲਟ ਹੁਣ ਤੱਕ ਪੜਤਾਲ ਕਰਨ ਤੋਂ ਬਾਅਦ ਨੌਕਰੀ ਤੋਂ ਕੱਢੇ ਗਿਆ ਜੀ, ਕਿਉਂਕਿ ਜਾਅਲੀ ਲਾਇਸੈਂਸ ਸੀ ਉਹਨਾਂ ਕੋਲ। ਉਹ ਕਦੇ ਟ੍ਰੇਨਿੰਗ ਲਈ ਨਹੀਂ, ਕੋਈ ਲਾਇਸੈਂਸ ਬਣਾਇਆ ਹੀ ਨਹੀਂ। ਪਤਾ ਨਹੀਂ ਕਿੱਥੋਂ ਕਬਾੜਖਾਨੇ 'ਚੋਂ ਲਿਆ ਕੇ ਤੇ ਜਮ੍ਹਾਂ ਕਰਾ ਕੇ ਤੇ ਨੌਕਰੀਆਂ ਲੈਣੀਆਂ ਸਿਫਾਰਸ਼ਾਂ ਨਾਲ। ਉਹ ਸਾਰਾ ਉਹਨਾਂ ਬੰਦ ਕਰਤਾ। ਹੁਣ ਕੱਲ੍ਹ ਅਮਰੀਕਾ ਨੇ ਵੀ ਇਹ ਪਾਬੰਦੀ ਲਾਤੀ ਹੈ ਕਿ ਪਾਕਿਸਤਾਨ ਦੇ ਜਹਾਜ਼ ਇੱਥੇ ਨਹੀਂ ਆਉਣਗੇ। ਤੇ ਕਾਰਨ ਫਿਰ ਇਹੋ ਕਿ ਅਸੀਂ ਕਈਆਂ ਦਿਨਾਂ ਦੀ ਚਰਚਾ ਸੁਣ ਰਹੇ ਹਾਂ ਜੀ, ਤੁਹਾਡੇ ਜਿਹੜੇ ਪਾਇਲਟ ਨੇ ਉਹਨਾਂ ਦੇ ਲਾਇਸੈਂਸਾਂ ਬਾਰੇ ਸ਼ੱਕ ਹੈ ਕਿ ਉਹ ਅਸਲੀ ਨਹੀਂ ਗਏ। ਤੇ ਜਦ ਤੱਕ ਇਹ ਸਾਰਾ ਕੁਝ ਕਨਫਰਮ ਨਹੀਂ ਹੋ ਜਾਂਦਾ, ਪੜਤਾਲ ਪੂਰੀ ਨਹੀਂ ਹੋ ਜਾਂਦੀ, ਪਾਕਿਸਤਾਨ ਦੀ ਕੋਈ ਫਲਾਈਟ, ਪਾਕਿਸਤਾਨ ਦਾ ਕੋਈ ਪਾਇਲਟ ਇੱਥੇ ਅਮਰੀਕਾ ਦੇ ਉੱਤੇ ਆ ਕੇ ਇੱਥੇ ਲੈਂਡ ਨਹੀਂ ਕਰ ਸਕੇਗਾ ਸਾਡੀ ਧਰਤੀ 'ਤੇ। ਜੀ, ਇਹ ਸਥਿਤੀ ਬਹੁਤ ਸ਼ਰਮਨਾਕ ਹੈ। ਮੇਰੇ ਨੋਟਿਸ ਵਿੱਚ ਨਹੀਂ ਕਿ ਇਹਦੇ ਤੋਂ ਪਹਿਲਾਂ ਕਿਸੇ ਹੋਰ ਦੇਸ਼ ਦੇ ਪਾਇਲਟਸ ਬਾਰੇ ਇਸ ਤਰ੍ਹਾਂ ਉੱਕਾ ਪੁੱਕਾ ਕਿਸੇ ਦੇਸ਼ ਨੇ ਕੋਈ ਫੈਸਲਾ ਕੀਤਾ ਹੋਵੇ ਜਾਂ ਦੇਸ਼ਾਂ ਦੇ ਗਰੁੱਪ ਨੇ ਫੈਸਲਾ ਕੀਤਾ ਹੋਵੇ। ਇਹ ਪਹਿਲਾ ਦੇਸ਼ ਹੈ ਜਿਹਦੇ ਬਾਰੇ ਇਸ ਤਰ੍ਹਾਂ ਦੇ ਫੈਸਲੇ ਹੋ ਰਹੇ ਆ ਜੀ। ਇਹ ਤੋਂ ਬਾਅਦ ਪਾਕਿਸਤਾਨ ਦੇ ਸਿਵਲ ਐਵੀਏਸ਼ਨ ਦੇ ਅਧਿਕਾਰੀਆਂ ਨੂੰ, ਡਾਇਰੈਕਟੋਰੇਟ ਜਨਰਲ ਨੂੰ, ਪਾਕਿਸਤਾਨ ਦੀ ਸਰਕਾਰ ਨੂੰ ਤੇ ਪਾਕਿਸਤਾਨ ਦੀ ਇੰਟਰਨੈਸ਼ਨਲ ਏਅਰਵੇਜ਼ ਨੂੰ ਕੁਛ ਸਿਰ 'ਚ ਠੰਡਾ ਪਾਣੀ ਪਾ ਕੇ ਸੋਚਣਾ ਚਾਹੀਦਾ। ਮੁਲਕ ਦੀ ਬਦਨਾਮੀ ਬਹੁਤ ਹੋ ਰਹੀ ਜੀ। ਪੰਨੂ ਸਾਹਿਬ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਪਲਾਜ਼ਮਾ ਬੈਂਕ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵਧੀਆ ਗੱਲ ਹੈ, ਪਰ ਦੂਸਰੇ ਪਾਸੇ ਉੱਚ ਅਧਿਕਾਰੀ ਕਰੋਨਾ ਪੋਜ਼ਿਟਿਵ ਆ ਰਹੇ, ਇਹ ਚਿੰਤਾ ਦੀ ਗੱਲ ਹੈ। ਕਿਵੇਂ ਦੇਖਿਆ ਜਾਵੇ? ਦੇਖੋ, ਜਿਹੜੇ ਉੱਚ ਅਧਿਕਾਰੀ ਪੋਜ਼ਿਟਿਵ ਆ ਰਹੇ ਨੇ, ਕਰੋਨਾ ਪੋਜ਼ਿਟਿਵ, ਕਿਹਦਾ ਜੀ ਕਰਦਾ ਕਿ ਅਸੀਂ ਬਿਮਾਰ ਹੋ ਜਾਈਏ? ਬਿਲਕੁਲ ਜੀ। ਔਰ ਕਰੋਨਾ ਤਾਂ ਬਿਮਾਰੀ ਵੀ ਇਹੋ ਜਿਹੀ ਆ ਕਿ ਜੇ ਛੇਤੀ ਕੰਟਰੋਲ ਨਾ ਹੋਵੇ ਤਾਂ ਮੌਤਾਂ ਹੁੰਦੀਆਂ ਨੇ। ਸਾਡੇ ਲੁਧਿਆਣੇ 'ਚ ਇੱਕ DSP ਰੈਂਕ ਦਾ ਆਫਿਸਰ, ACP, ਜੀ, ਇਹ ਜਿਹੜੇ ਪੰਜਾਬ ਪੁਲਿਸ 'ਚ ਪੇਂਡੂ ਇਲਾਕਿਆਂ ਵਿੱਚ ਨੇ, ਉਹ ਇੱਥੇ ਬਾਹਰ ਜਦੋਂ ਹੁੰਦੇ ਆ ਉਦੋਂ DSP ਹੁੰਦੇ ਆ। ਜੇ ਸ਼ਹਿਰਾਂ 'ਚ ਜਿੱਥੇ ਕਮਿਸ਼ਨਰ ਸਿਸਟਮ ਚੱਲਦਾ, ਉੱਥੇ ਜਾ ਕੇ ਉਹ ਅਸਿਸਟੈਂਟ ਕਮਿਸ਼ਨਰ ਬਣ ਜਾਂਦੇ ਆ, ACP ਬਣ ਜਾਂਦੇ ਆ। ਉਹ ਮਿਸਟਰ ਕੋਹਲੀ ਸੀ, ਉਹਦੀ ਡੈਥ ਹੋਈ ਸੀ, ਉਹਦੀ ਮੌਤ ਹੋਈ ਸੀ ਜੀ। ਹੁਣ ਇੱਕੋ ਵਕਤ ਸਾਡੇ ਇੱਕ ਜ਼ਿਲ੍ਹੇ ਦਾ SSP ਕਰੋਨਾ ਪੋਜ਼ਿਟਿਵ ਹੋ ਗਿਆ ਜੀ। ਇੱਕ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਬੀਬੀ ਜਿਹੜੀ ਆ ਉਹ ਕਰੋਨਾ ਪੋਜ਼ਿਟਿਵ ਹੋ ਗਈ। ਇੱਕ ਜ਼ਿਲ੍ਹੇ 'ਚ 2 ਐਡੀਸ਼ਨਲ ਡਿਪਟੀ ਕਮਿਸ਼ਨਰ ਆ ਤੇ ਦੋਵੇਂ ਕਰੋਨਾ ਪੋਜ਼ਿਟਿਵ ਹੋ ਗਏ ਜੀ। ਇੱਕ ਜ਼ਿਲ੍ਹੇ ਦੇ ਵਿੱਚ ਇੱਕ ਸੈਸ਼ਨ ਜੱਜ ਆ, ਉਹ ਕਰੋਨਾ ਪੋਜ਼ਿਟਿਵ ਹੋ ਗਿਆ। ਇਹ ਅਧਿਕਾਰੀ ਜਿਹੜੇ ਆ, ਇਹਨਾਂ 'ਚੋਂ ਕਿਸੇ ਦਾ ਦਿਲ ਨਹੀਂ ਕਰਦਾ ਕਿ ਅਸੀਂ ਕਰੋਨਾ ਪੋਜ਼ਿਟਿਵ ਹੋ ਜਾਈਏ। ਗੱਲ ਇਹ ਆ ਕਿ ਇਹ ਪਬਲਿਕ ਵਿੱਚ ਜਾਂਦੇ ਆ ਅੱਡ-ਅੱਡ ਥਾਵਾਂ 'ਤੇ। ਜਦੋਂ ਇੱਥੇ ਹੁਣ ਜਲੰਧਰ ਦੇ ਵਿੱਚ ਹੀ ਮਿਸਾਲ ਦੇ ਤੌਰ 'ਤੇ ਜਿਹੜੀਆਂ ਬਸਤੀਆਂ ਵਿੱਚ ਕੁਆਰੰਟਾਈਨ ਕੀਤਾ, ਬਾਕੀ ਲੋਕਾਂ ਨੂੰ ਜਾਣ ਤੋਂ ਰੋਕਿਆ, ਉੱਥੇ ਵੀ ਲੋਕਾਂ ਨੂੰ ਸਮਝਾਉਣ ਵਾਸਤੇ, ਗੇੜਾ ਮਾਰਨ ਵਾਸਤੇ ਹਸਪਤਾਲਾਂ ਵਿੱਚ ਵੀ, ਇੱਥੇ ਉਦੋਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ
ਉਹ ਅੱਜ ਕੱਲ੍ਹ ਲੁਧਿਆਣੇ ਜੀ ਤੇ ਲੁਧਿਆਣਾ ਇੱਥੇ ਜਲੰਧਰ ਦਿਹਾਤੀ ਦੇ ਐਸਐਸਪੀ ਨਵਜੋਤ ਸਿੰਘ ਮਾਲ, ਉਹ ਕਿਹੜੀ ਥਾਂ, ਔਰ ਇੱਥੋਂ ਦੇ ਜਿਹੜੇ ਪੁਲਿਸ ਕਮਿਸ਼ਨਰ ਹੈ ਗੁਰਪ੍ਰੀਤ ਸਿੰਘ ਭੁੱਲਰ, ਜੀ ਕਿਹੜੀ ਥਾਂ ਜਿੱਥੇ ਤਿੰਨੇ ਜਾਂਦੇ ਨਹੀਂ ਗਏ। ਪਬਲਿਕ ਵਿੱਚ ਜਾਣਾ, ਉਹਨਾਂ ਨੂੰ ਸਮਝਾਉਣਾ, ਉੱਥੇ ਜਾ ਕੇ ਕਿਸੇ ਕੁਰਸੀ ਤੇ ਵੀ ਬਹਿ ਸਕਦੇ, ਕਿਸੇ ਮੰਜੇ ਤੇ ਵੀ ਬਹਿ ਸਕਦੇ, ਕਿਸੇ ਦਾ ਦਰਵਾਜ਼ਾ ਬੰਦ ਹੈ ਉਹਨੂੰ ਹੱਥ ਪਾ ਕੇ ਖੋਲ੍ਹ ਵੀ ਸਕਦੇ, ਉੱਥੇ ਪਹਿਲਾਂ ਕਿਸੇ ਹੋਰ ਦਾ ਹੱਥ ਲੱਗਾ ਹੋ ਸਕਦਾ। ਇਹ ਦਫ਼ਤਰ ਵਿੱਚ ਆਉਂਦੇ ਆ, ਦਫ਼ਤਰ ਦੀ ਸਫਾਈ ਕਰਨ ਵਾਲਾ, ਦਫ਼ਤਰ ਦਾ ਦਰਵਾਜ਼ਾ ਖੋਲ੍ਹਣ ਵਾਲਾ, ਜਾਂ ਜਿਹੜੀ ਗੱਡੀ 'ਚ ਬੈਠਦੇ ਆ, ਕਿੰਨੀਆਂ ਥਾਵਾਂ ਤੇ ਰਿਸਕ ਹੈ। ਅਸੀਂ ਲੋਕ ਤਾਂ ਘਰਾਂ 'ਚ ਬੈਠੇ ਹਾਂ, ਇਹਨਾਂ ਸਾਰਿਆਂ ਨੂੰ ਅੱਡ-ਅੱਡ ਥਾਵਾਂ ਤੇ ਜਾਣਾ ਪੈਂਦਾ। ਸੈਸ਼ਨ ਜੱਜ ਨੂੰ ਵੀ ਜਿਹੜੀਆਂ ਫਾਈਲਾਂ ਰੋਜ਼ ਵੇਖਣੀਆਂ ਪੈਂਦੀਆਂ, ਉਹ ਕਿੰਨੇ ਹੱਥਾਂ 'ਚੋਂ ਲੰਘ ਕੇ ਆਉਂਦੀਆਂ, ਕਿੱਥੇ ਕੀ ਹੁੰਦਾ ਕੌਣ ਜਾਣੇ। ਜੀ ਇਹ ਸਾਰੇ ਲੋਕ ਜਿਹੜੇ ਪਬਲਿਕ ਲਾਈਫ ਵਿੱਚ ਡਿਊਟੀ ਕਰਦੇ ਪਏ, ਫਰੰਟ ਲਾਈਨ ਡਿਊਟੀਆਂ ਨੇ ਇਹ ਡਾਕਟਰਾਂ ਵਾਂਗ ਹੀ ਇਹਨਾਂ ਦੀ ਡਿਊਟੀ ਸਖਤ ਹੈ, ਘੱਟ ਨਹੀਂ। ਇਹ ਉੱਥੇ ਜਾ ਕੇ ਜੇ ਕਰੋਨਾ ਪੋਜ਼ੀਟਿਵ ਹੋ ਜਾਂਦੇ ਨੇ ਜੀ ਤੇ ਇਹਨਾਂ ਦਾ ਕਸੂਰ ਕੋਈ ਨਹੀਂ। ਇਹ ਬਲਕਿ ਇਸ ਗੱਲ ਤੇ ਮਾਣ ਕਰਨਾ ਚਾਹੀਦਾ ਕਿ ਬਾਕੀ ਲੋਕਾਂ ਦੀ ਖਾਤਰ ਡਿਊਟੀ ਕਰਦੇ ਕਰਦੇ ਇਹਨਾਂ ਨੇ ਇੰਨਾ ਵੱਡਾ ਰਿਸਕ ਲਿਆ। ਜੀ ਹੁਣ ਅਗਲੀ ਗੱਲ ਇਹ ਹੈ ਕਿ ਕੇਸ ਪੰਜਾਬ 'ਚ ਵੱਧ ਰਹੇ ਨੇ, ਬਾਕੀ ਹਿੰਦੁਸਤਾਨ ਦੇ ਸੂਬਿਆਂ ਦੇ ਮੁਕਾਬਲੇ ਨਹੀਂ ਵੱਧ ਰਹੇ, ਜੀ ਘੱਟ ਨੇ ਅਜੇ ਤੱਕ ਬਚਾ। ਮੌਤਾਂ ਪੰਜਾਬ ਵਿੱਚ ਵੱਧ ਰਹੀਆਂ ਨੇ, ਪਰ ਬਾਕੀ ਸੂਬਿਆਂ 'ਚ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਬਿਲਕੁਲ ਜੀ। ਪੰਜਾਬ 'ਚ ਅਜੇ ਘੱਟ ਨੇ। ਇਹਦੇ 'ਚ ਪੰਜਾਬ ਦੀ ਸਰਕਾਰ, ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਡਾਕਟਰ, ਪੰਜਾਬ ਦੇ ਨਰਸਾਂ, ਫਾਰਮਾਸਿਸਟ, ਲੈਬ ਅਟੈਂਡੈਂਟਸ ਜਾਂ ਟੈਕਨੀਸ਼ੀਅਨ ਜਿਹੜੇ ਨੇ, ਜਾਂ ਇਹ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਲੋਕ ਨੇ, ਡਿਪਟੀ ਕਮਿਸ਼ਨਰ ਤੇ ਹੋਰ ਲੋਕ, ਇੱਥੋਂ ਤੱਕ ਸਫਾਈ ਸੇਵਕ, ਉਹਨਾਂ ਸਾਰਿਆਂ ਦਾ ਵੀ ਯੋਗਦਾਨ ਹੈ। ਪਰ ਯੋਗਦਾਨ ਲੋਕਾਂ ਦਾ ਵੀ ਹੈ। ਪੰਜਾਬ ਦੇ ਲੋਕਾਂ ਨੇ, ਭਾਵੇਂ ਸਾਨੂੰ ਦਿਸਦਾ ਰਿਹਾ ਕਿ ਸੜਕਾਂ ਤੇ ਆਇਆਂ ਨੂੰ ਪੁਲਿਸ ਲੰਮਿਆਂ ਪਾ ਲੈਂਦੀ ਸੀ, ਕੁਝ ਥਾਵਾਂ ਤੇ ਜ਼ਿਆਦਤੀਆਂ ਵੀ ਹੋਈਆਂ, ਪਰ ਮੋਟੇ ਤੌਰ ਤੇ ਪੰਜਾਬ ਦੇ ਲੋਕਾਂ ਨੇ ਵੀ ਇਸ ਗੱਲ 'ਚ ਸਹਿਯੋਗ ਕੀਤਾ ਕਿ ਅਸੀਂ ਪੰਜਾਬ ਨੂੰ ਬਚਾ ਲਈਏ। ਹੁਣ ਜਿਹੜੇ ਪੜਾਅ 'ਤੇ ਆ ਗਏ, ਜਦੋਂ ਦਿੱਲੀ ਵਿੱਚ ਪਲਾਜ਼ਮਾ ਬੈਂਕ ਬਣ ਗਿਆ ਔਰ ਉਹਦੀ ਕਾਮਯਾਬੀ ਵੇਖ ਲਈ ਹੈ, ਜੀ ਸਾਡੇ ਪੰਜਾਬ 'ਚ ਵੀ ਪਲਾਜ਼ਮਾ ਟ੍ਰਾਇਲ ਪਹਿਲਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਿੱਚ ਕਾਮਯਾਬ ਰਿਹਾ ਸੀ। ਜੀ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਉੱਪਰ ਸੁਨੇਹਾ ਭੇਜਿਆ ਕਿ ਸਾਨੂੰ ਵੀ ਪਲਾਜ਼ਮਾ ਬੈਂਕ ਚਾਹੀਦਾ। ਪਲਾਜ਼ਮਾ ਬੈਂਕ ਮਿਲ ਗਿਆ, ਹੁਣ ਇੱਥੇ ਵੀ ਬਣਾਉਣ ਲੱਗੇ ਨੇ। ਉਹਦੇ 'ਚ ਹੁਣ ਤੱਕ 15 ਜਿਹੜੇ ਕੇਸ ਸੀ ਜਿਨ੍ਹਾਂ ਨੂੰ ਪਲਾਜ਼ਮਾ ਦੇ ਰਾਹੀਂ ਟ੍ਰੀਟਮੈਂਟ ਸ਼ੁਰੂ ਕਰਨਾ ਸੀ, ਉਹਨਾਂ 'ਚੋਂ ਪਤਾ ਲੱਗਾ ਕਿ 5 ਤਾਂ ਠੀਕ ਹੋ ਕੇ ਜਾ ਚੁੱਕੇ ਨੇ, ਜੀ 7 ਦਾ ਇਲਾਜ ਚੱਲਦਾ ਪਿਆ, 3 ਹੋਰ ਆ ਚੁੱਕੇ ਆ ਜਿਨ੍ਹਾਂ ਦਾ ਇਲਾਜ ਕਰਨਾ। ਇਹ ਵੀ ਪਤਾ ਲੱਗਾ ਕਿ ਕੱਲ੍ਹ ਸ਼ਾਇਦ 11 ਨਵੇਂ ਬੰਦੇ ਆ ਜਿਹੜੇ ਪਹਿਲਾਂ ਕਰੋਨਾ ਪੋਜ਼ੀਟਿਵ ਸੀ, ਠੀਕ ਹੋ ਕੇ ਘਰ ਜਾ ਚੁੱਕੇ ਆ। ਉਹ ਆਪਣਾ ਪਲਾਜ਼ਮਾ ਡੋਨੇਟ ਕਰਨ ਆਏ ਆ, ਕਿਉਂਕਿ ਪਲਾਜ਼ਮਾ ਉਹਨਾਂ ਤੋਂ ਹੀ ਮਿਲ ਸਕਦਾ ਜਿਹੜੇ ਬਿਮਾਰੀ ਦੀ ਚਗੜ 'ਚ ਆ ਕੇ ਤੇ ਠੀਕ ਹੋਏ ਹੋਣ। ਬਿਲਕੁਲ ਜੀ। ਚੰਗੀ ਗੱਲ ਹੈ। ਇਹਦੇ 'ਚ ਜੇ ਇਸ ਤਰ੍ਹਾਂ ਦੇ ਪ੍ਰਬੰਧ ਹੋ ਜਾਂਦੇ ਆ ਤੇ ਸਾਡੀ ਪੰਜਾਬ ਦੀ ਸਰਕਾਰ ਕਰਦੀ ਹੈ, ਤੇ ਅਸੀਂ ਸਮਝਦੇ ਹਾਂ ਕਿ ਬਿਮਾਰੀ ਨੂੰ ਰੋਕਣ ਵਾਸਤੇ ਸਹਾਈ ਹੋਣਗੇ। ਇਹ 'ਚ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ। ਜੀ ਪੰਜ ਸਾਹਿਬ, ਵਿਕਾਸ ਦੁਬੇ ਦਾ ਜੇ ਐਨਕਾਊਂਟਰ ਕਰ ਦਿੱਤਾ ਗਿਆ, ਕਈ ਸਵਾਲ ਨਾਲ ਚਲੇ ਗਏ, ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ 1000 ਕਿਲੋਮੀਟਰ ਦਾ ਸਫ਼ਰ ਬੰਦਾ ਕਰ ਕਿੱਦਾਂ ਗਿਆ? ਕਰ ਜਾਂਦੇ ਆ ਜੀ ਜਦੋਂ ਪਹੁੰਚ ਹੋਵੇ। ਪਹਿਲੀ ਗੱਲ ਤਾਂ ਇਹ ਕਿ ਜਦੋਂ ਪੁਲਿਸ ਉਹਦੇ ਘਰ ਰੇਡ ਕਰਨ ਗਈ ਜੀ ਤੇ ਉਹਨੂੰ 2 ਥਾਣਿਆਂ ਦੇ ਐਸਐਚਓ ਜਿਹੜੇ ਉਹਨਾਂ ਨੇ ਫੋਨ ਕਰਕੇ ਦੱਸਤਾ ਕਿ ਆ ਰਹੇ। ਬਿਲਕੁਲ ਜੀ। ਪੁਲਿਸ ਦੇ ਵਿੱਚ ਉਹਦੇ ਸੈੱਲ ਸੀ। ਦੂਜੀ ਗੱਲ, ਬਾਅਦ ਵਿੱਚ ਪਤਾ ਲੱਗਾ ਕਿ ਉੱਥੇ ਰਾਜ ਕਰਦੀ ਪਾਰਟੀ ਭਾਜਪਾ ਦੇ 2 ਐਮਐਲਏ ਉਹਦੀ ਕੰਟੈਕਟ ਲਿਸਟ ਵਿੱਚ ਸੀ, ਜਿਨ੍ਹਾਂ ਨੂੰ ਉਹ ਫੋਨ ਕਰਦਾ ਰਿਹਾ ਤੇ ਜਿਹੜੇ ਉਹਨੂੰ ਵੀ ਕਰਦੇ ਰਹੇ, ਜੀ ਕਿਉਂਕਿ ਇਲੈਕਸ਼ਨਾਂ 'ਚ ਮਦਦ ਕਰਦਾ ਹੋਊਗਾ। ਥਾਣੇ ਵਾਲੇ ਇਸ ਕਰਕੇ ਮਦਦ ਕਰਦੇ ਸੀ ਕਿ ਕਰੋਨਾ ਵਾਇਰਸ ਦੇ ਦਿਨਾਂ 'ਚ ਉਹਨਾਂ ਦੇ ਥਾਣਿਆਂ 'ਚ ਰੋਟੀ ਵੀ ਇਸੇ ਵਿਕਾਸ ਦੁਬੇ ਦੇ ਘਰੋਂ ਜਾਂਦੀ ਰਹੀ। ਜੀ ਇਹ ਖਿਆਲ ਰੱਖਦਾ ਰਿਹਾ ਉਹਨਾਂ ਦਾ। ਅਗਲੀ ਗੱਲ ਇਹ ਕਿ ਇਹ ਸਮਝਿਆ ਜਾਂਦਾ ਸੀ ਹਿਮਾਚਲ ਪ੍ਰਦੇਸ਼ ਨੂੰ ਦੌੜ ਗਿਆ, ਦਿੱਲੀ ਨੂੰ ਦੌੜ ਗਿਆ, ਨੇਪਾਲ ਜਾ ਸਕਦਾ, ਕਿਤੇ ਹੋਰ ਛਾਲ ਮਾਰ ਸਕਦਾ, ਵਿਦੇਸ਼ ਜਾ ਸਕਦਾ। ਲੱਭਾ ਕਿੱਥੇ? ਮੱਧ ਪ੍ਰਦੇਸ਼ ਦੇ ਸ਼ਹਿਰ ਉਜੈਨ ਦੇ ਵਿੱਚ ਮਹਾਕਾਲ ਮੰਦਿਰ ਹੈ, ਉਹਦੇ ਅੱਗੇ। ਇਹਦੇ ਤੋਂ ਅਗਲੀ ਗੱਲ ਇਹ ਕਿ ਉੱਥੋਂ ਫੜ ਕੇ ਉਹਦੀ ਉੱਥੇ ਕੋਈ ਗ੍ਰਿਫਤਾਰੀ ਵੀ ਨਹੀਂ ਪਾਈ। ਜੇ ਗ੍ਰਿਫਤਾਰੀ ਪਾਉਂਦੇ ਤਾਂ ਉੱਥੇ ਦੀ ਅਦਾਲਤ ਵਿੱਚ ਪੇਸ਼ ਕਰਨਾ ਪੈਣਾ ਸੀ, ਫਿਰ ਟ੍ਰਾਂਜ਼ਿਟ ਪਰਮਿਟ ਲੈਣਾ ਪੈਣਾ ਸੀ। ਜੀ ਅੱਜ ਕੱਲ੍ਹ ਅਦਾਲਤਾਂ ਕਹਿ ਦਿੰਦੀਆਂ ਟ੍ਰਾਂਜ਼ਿਟ ਪਰਮਿਟ ਦੇਣ ਲੱਗਿਆ ਕਿ ਇਹਨੂੰ ਇਹੋ ਜਿਹੀ ਗੱਡੀ 'ਚ ਲੈ ਕੇ ਜਾਇਆ ਜਾਵੇ ਜਿੱਥੋਂ ਭੱਜਣ ਦਾ ਕੋਈ ਚਾਂਸ ਨਾ ਹੋਵੇ, ਤੇ ਇਹੋ ਜਿਹੇ ਹਾਲਤ ਵਿੱਚ ਸਿਕਿਉਰਿਟੀ 'ਚ ਲਿਜਾਇਆ ਜਾਵੇ ਤਾਂ ਕਿ ਰਸਤੇ 'ਚ ਕੋਈ ਮੁਕਾਬਲਾ ਨਾ ਹੋ ਸਕੇ। ਉਹਨੂੰ ਅਦਾਲਤ ਵਿੱਚ ਪੇਸ਼ ਹੀ ਨਹੀਂ ਕੀਤਾ ਗਿਆ। ਉੱਥੋਂ ਦੇ ਮੁੱਖ ਮੰਤਰੀ ਨੇ ਯੂਪੀ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ, ਸ਼ਿਵਰਾਜ ਚੌਹਾਨ ਨੇ ਯੋਗੀ ਆਦਿੱਤਿਆਨਾਥ ਨਾਲ ਗੱਲ ਕੀਤੀ ਜੀ ਤੇ ਪੁਲਿਸ ਨੇ ਪੁਲਿਸ ਨੂੰ ਹੈਂਡਓਵਰ ਕਰਤਾ। ਕੀਤਾ ਕਿਉਂ? ਇਸ ਕਰਕੇ ਕਿ ਜਦੋਂ ਫੜਿਆ ਗਿਆ ਅੱਧੇ ਘੰਟੇ ਦੇ ਅੰਦਰ ਹੀ ਇਹ ਕਾਨਪੁਰ ਦਾ ਸੀ, ਤੇ ਉਜੈਨ 'ਚ ਜਿੱਥੇ ਫੜਿਆ ਗਿਆ ਉਸ ਉਜੈਨ ਦਾ ਤੇ ਕਾਨਪੁਰ ਦਾ ਕਨੈਕਸ਼ਨ ਨਿਕਲ ਆਇਆ।
ਉੱਥੋਂ ਦਾ ਜਿਹੜਾ ਮੱਧ ਪ੍ਰਦੇਸ਼ ਦਾ ਹੋਮ ਮਿਨਿਸਟਰ ਹੈ, ਭਾਜਪਾ ਦਾ ਲੀਡਰ ਹੈ। ਜੀ ਅੱਜ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਈਆਂ, ਉਦੋਂ ਹੀ ਜਦੋਂ ਸਾਡੇ ਪੰਜਾਬ 'ਚ ਹੋਈਆਂ ਸੀ, ਕੈਪਟਨ ਅਮਰਿੰਦਰ ਸਿੰਘ ਜਿੱਤਿਆ ਸੀ, ਉਦੋਂ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਜਿੱਤਿਆ ਸੀ। ਜੀ ਬਿਲਕੁਲ। ਉਸ ਵਕਤ ਕਾਨਪੁਰ ਜ਼ਿਲ੍ਹੇ ਦੀ ਵਿਧਾਨ ਸਭਾ ਚੋਣ ਦਾ ਇੰਚਾਰਜ ਉਹ ਮਿਸਟਰ ਮਿਸ਼ਰਾ ਸੀ, ਜਿਹੜਾ ਅੱਜ ਕੱਲ੍ਹ ਮੱਧ ਪ੍ਰਦੇਸ਼ ਦੇ ਵਿੱਚ ਹੋਮ ਮਿਨਿਸਟਰ ਹੈ, ਤੇ ਸਾਰੀ ਪੁਲਿਸ ਤਾਂ ਉਹਦੇ ਕੰਟਰੋਲ 'ਚ ਹੈ। ਇਹ ਇੱਥੋਂ ਕਾਨਪੁਰ ਤੋਂ, ਇਹਦਾ ਮਤਲਬ ਉਦੋਂ ਦੀਆਂ ਸਾਂਝਾਂ ਹੋ ਸਕਦੀਆਂ, ਇਹ ਭੱਜ ਕੇ ਉੱਥੇ ਗਏ। ਅਗਲੀ ਗੱਲ ਇਹ ਹੈ ਕਿ ਜਿਹੜੇ ਉਜੈਨ ਵਿੱਚ ਇਹ ਫੜਿਆ ਗਿਆ, ਉਹ ਹੋਮ ਮਿਨਿਸਟਰ ਜਿਹੜਾ ਪਹਿਲਾਂ ਇਹਦੇ ਕਾਨਪੁਰ ਦਾ ਇੰਚਾਰਜ ਸੀ, ਅੱਜ ਕੱਲ੍ਹ ਮੱਧ ਪ੍ਰਦੇਸ਼ ਦੀ ਸਰਕਾਰ ਵੱਲੋਂ ਉਸ ਉਜੈਨ ਦਾ ਇੰਚਾਰਜ ਵੀ ਉਹੀ ਹੈ। ਇੱਥੇ ਵੀ ਇੰਚਾਰਜ ਉਹ ਸੀ, ਉਜੈਨ ਵਿੱਚ ਵੀ ਇੰਚਾਰਜ ਉਹ। ਉਹਦੇ ਆਪਣੇ ਦੋ ਇੰਚਾਰਜੀ ਵਾਲੇ, ਉਹਦੇ ਚਾਰਜ ਵਾਲੇ ਦੋ ਜ਼ਿਲ੍ਹੇ, ਇੱਕ ਯੂਪੀ ਦਾ ਕਾਨਪੁਰ ਤੇ ਦੂਸਰਾ ਉਜੈਨ ਦਾ। ਕਾਨਪੁਰ 'ਚੋਂ ਬੰਦਾ ਭੱਜਦਾ ਤੇ ਉਜੈਨ 'ਚ ਪਹੁੰਚਦਾ ਤੇ ਰੌਲਾ ਪੈ ਗਿਆ, ਇਹ ਕੋਈ ਸਾਂਝ ਤਾਂ ਨਹੀਂ। ਫਿਰ ਕੀ ਹੋਇਆ ਕਿ ਉੱਧਰੋਂ ਉਹਨੂੰ ਫੜ ਲਿਆ, ਉੱਧਰੋਂ ਕਾਗਜ਼ਾਂ ਦੇ ਵਿੱਚ ਫਟਾਫਟ ਉਹਦੇ ਫੜੇ ਜਾਣ ਤੋਂ 10 ਮਿੰਟ ਪਹਿਲਾਂ ਉਜੈਨ ਦੇ 2 ਥਾਣਿਆਂ ਦੇ ਵਿੱਚ ਜਿੰਨੇ ਪੁਲਿਸ ਮੁਲਾਜ਼ਮ ਸਨ, ਮੁਨਸ਼ੀ ਤੋਂ ਲੈ ਕੇ ਸੰਤਰੀ ਤੱਕ, ਜੀ ਸਾਰੇ ਟਰਾਂਸਫਰ ਕਰ ਦਿੱਤੇ ਗਏ। ਕਿਉਂ ਕੀਤੇ ਗਏ? ਕਹਿੰਦੇ ਜੀ ਉਹਨਾਂ ਨਾਲ ਉਹਦੀ ਕੋਈ ਸਾਂਝ ਹੋਊਗੀ। ਇਹ ਪੁਲਿਸ ਵਾਲਿਆਂ ਦੇ ਉੱਤੇ ਸਾਂਝ ਦਾ ਠੱਪਾ ਲਾ ਕੇ ਉਹਨਾਂ ਨੂੰ ਸਸਪੈਂਡ ਕਰ ਦਿਓ, ਟਰਾਂਸਫਰ ਕਰ ਦਿਓ। ਅਸਲ ਗੱਲ ਤਾਂ ਇਹ ਹੈ ਕਿ ਕਾਨਪੁਰ ਦੇ ਵਿੱਚ ਵੀ 2 MLA ਸੀ ਜੀ, 2 ਥਾਣੇ ਉਹਦੇ ਨਾਲ ਸਾਂਝ ਰੱਖਦੇ ਸੀ। ਇੱਥੇ ਵੀ 2 ਥਾਣਿਆਂ ਦਾ ਸਟਾਫ ਬਦਲਿਆ ਗਿਆ, ਪਰ ਇਹ ਸਾਰੇ ਦੇ ਉੱਪਰ ਤਾਲਮੇਲ ਤੇ ਇਹ ਆ ਕਿ ਮੱਧ ਪ੍ਰਦੇਸ਼ ਦਾ ਹੋਮ ਮਿਨਿਸਟਰ ਉਹ ਬੰਦਾ ਜਿਹੜਾ ਪਹਿਲਾਂ ਕਾਨਪੁਰ ਦਾ ਇੰਚਾਰਜ ਸੀ, ਹੁਣ ਉਜੈਨ ਦਾ। ਇਹਦੇ ਤੋਂ ਬਾਅਦ ਮੁਕਾਬਲਾ ਹੋਇਆ। ਅੱਜ ਸਾਰੇ ਸੋਸ਼ਲ ਮੀਡੀਆ ਤੇ ਰੌਲਾ ਪੈ ਰਿਹਾ ਕਿ ਮੁਕਾਬਲਾ ਉਸ ਬੰਦੇ ਨੂੰ ਮਾਰਨ ਵਾਸਤੇ ਕੀਤਾ ਗਿਆ ਜਾਂ ਸਬੂਤ ਨਸ਼ਟ ਕਰਨ ਵਾਸਤੇ ਕੀਤਾ ਗਿਆ, ਕਿਉਂਕਿ ਜੇ ਪੜਤਾਲ ਚੱਲਦੀ ਤੇ ਪਤਾ ਨਹੀਂ ਗੱਲ ਕਿੱਥੋਂ ਤੱਕ ਆਉਣੀ ਸੀ। ਸਮਾਜਵਾਦੀ ਪਾਰਟੀ ਨੇ ਆਖਿਆ ਇਹ ਤਾਂ ਜੀ ਕੇਸ ਦਬਾਉਣ ਵਾਸਤੇ ਉਹਦਾ ਕਤਲ ਕੀਤਾ ਗਿਆ, ਕਿਉਂਕਿ ਭਾਜਪਾ ਨਾਲ ਸਾਂਝਾ ਸੀ। ਜੀ ਜਦੋਂ ਉਹਨੇ 2000 ਦੇ ਵਿੱਚ ਕਤਲ ਕੀਤਾ ਸੀ, ਸਾਲ 2000 'ਚ, ਉਦੋਂ ਬਾਅਦ ਇੱਕ ਵਾਰੀ ਉਹ ਫੜਿਆ ਗਿਆ ਸੀ। ਉਹਨੂੰ ਫੜੇ ਹੋਏ ਨੂੰ ਅਦਾਲਤੀ ਕਾਰਵਾਈ ਕਮਜ਼ੋਰ ਕਰਕੇ ਜਿਹੜੀ ਸਰਕਾਰ ਨੇ ਛੜਿਆ, ਉਹ ਸਮਾਜਵਾਦੀ ਪਾਰਟੀ ਦੀ ਸਾਂਝਾਂ ਦੇ ਫਿਰ ਇਹਨਾਂ ਨਾਲ ਵੀ ਹੈ। ਉਹਦੀਆਂ ਸਾਂਝਾਂ ਉੱਥੇ ਕਿਹੜੀ ਪਾਰਟੀ ਨਾਲ ਨਹੀਂ ਸੀ? ਏਡਾ ਵੱਡਾ ਗੈਂਗਸਟਰ, ਕਈ ਕਤਲਾਂ ਦੇ ਮੁਕੱਦਮੇ ਉਹਦੇ ਉੱਤੇ, ਜੀ ਹਰ ਪਾਰਟੀ ਨਾਲ ਉਹਦੀਆਂ ਸਾਂਝਾਂ ਸੀ। ਉਹ ਹੁਣ ਮਾਰਿਆ ਗਿਆ, ਆਪੋ 'ਚ ਇੱਕ ਦੂਸਰੇ ਤੇ ਦੁਸ਼ਮਣਬਾਜ਼ੀ ਵੀ ਕਰਨਗੇ, ਪਰ ਉੱਦਾਂ ਸਾਰੇ ਲੀਡਰ ਹਰ ਪਾਰਟੀ ਵਾਲੇ ਸੋਚਣਗੇ ਚੰਗਾ ਹੀ ਹੋਇਆ ਕਿਤੇ ਗੱਲ ਨਹੀਂ ਉਹਨੇ ਕਰ ਦਿੱਤੀ, ਨਹੀਂ ਤੇ ਪਤਾ ਨਹੀਂ ਕਿਹਦਾ ਨਾਂ ਲੈ ਦੇਣਾ ਸੀ। ਇਹਨਾਂ ਸਾਰਿਆਂ ਨਾਲ ਤਾਂ ਸਾਂਝਾ ਸੀ। ਜੀ ਬਿਲਕੁਲ ਜੀ। ਪੰਨੂ ਸਾਹਿਬ, ਬੇਅਦਬੀ ਮਾਮਲੇ ਵਿੱਚ ਡੇਰਾ ਪ੍ਰੇਮੀ ਵੀ ਹੁਣ ਅਦਾਲਤ ਵਿੱਚ ਪਹੁੰਚ ਗਏ। ਬੀਤੇ ਕੱਲ CBI ਵੀ ਅੜਿੱਕਾ ਪਾ ਰਹੀ ਸੀ, ਹੁਣ ਇਹਦਾ ਕੀ ਕਾਰਨ ਆ? ਦੇਖੋ, ਗੱਲ ਇਹ ਆ ਕਿ ਪਹਿਲਾਂ CBI ਨੇ ਜਾ ਕੇ ਅੜਿੱਕਾ ਪਾਤਾ ਜੀ ਕਿ ਕੇਸ ਤਾਂ ਸਾਡਾ, ਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਜਿਹੜੀ SIT ਉਹ ਪੜਤਾਲ ਨਹੀਂ ਕਰ ਸਕਦੀ। ਜੀ ਮਗਰੋਂ ਜਿਹੜੇ ਹੈਗੇ ਨੇ ਡੇਰਾ ਸੱਚਾ ਸੌਦਾ ਵਾਲੇ, ਉਹਨਾਂ ਨੇ ਵੀ ਜਾ ਕੇ ਅਰਜ਼ੀ ਦੇ ਦਿੱਤੀ ਹੈ ਕਿ ਸਾਡੇ ਤਾਂ ਜੀ ਇਸ ਕੇਸ ਦੇ ਵਿੱਚ CBI ਨੇ ਕਲੀਨ ਚਿੱਟ ਦਿੱਤੀ, ਹੁਣ ਤਾਂ ਪੁਲਿਸ ਸਾਨੂੰ ਬਦੋ-ਬਦੀ ਫਸਾਉਣਾ ਚਾਹੁੰਦੀ ਹੈ ਜੀ, ਤੇ ਇਸ ਕਰਕੇ ਇਹ ਜਿਹੜੀ ਪੁਲਿਸ ਦੀ ਕਾਰਵਾਈ ਇਹ ਰੋਕੀ ਜਾਵੇ। ਹੁਣ ਤੱਕ ਇਹਨਾਂ ਡੇਰਾ ਪ੍ਰੇਮੀਆਂ ਨੇ ਜਾ ਕੇ ਡੇਰੇ ਦੀ ਕਮੇਟੀ ਨੇ ਇਹੋ ਜਿਹੀ ਅਰਜ਼ੀ ਕਿਉਂ ਨਾ ਦਿੱਤੀ? ਜਦੋਂ ਵੇਖਿਆ ਹੁਣ ਅਸੀਂ ਫਸ ਚੱਲੇ ਹਾਂ, ਲੱਤਾਂ ਨੂੰ ਕੜਕੀ ਪੈ ਚੱਲੀ ਹੈ, ਜੀ ਉਦੋਂ ਜਾ ਕੇ ਅਰਜ਼ੀ ਦਿੱਤੀ, ਉਹ ਤੋਂ ਪਹਿਲਾਂ ਕਿਉਂ ਨਾ ਦਿੱਤੀ? ਇਹੀ ਗੱਲ ਦੱਸਦੀ ਹੈ ਕਿ ਇਸ ਵੇਲੇ ਜਿਹੜੀ ਜਾਂਚ ਹੈ ਉਹ ਠੀਕ ਸੇਧ ਵਿੱਚ ਚੱਲਦੀ ਪਈ ਹੈ। ਕੱਲੀ ਇਹੀ ਗੱਲ ਨਹੀਂ, ਇੱਕ ਡੇਰੇ ਵਾਲਿਆਂ ਨੇ ਕੱਲ ਉੱਥੋਂ ਸਿਰਸੇ ਤੋਂ ਸਪਸ਼ਟੀਕਰਨ ਜਾਰੀ ਕੀਤਾ ਕਿ ਸਾਡੇ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ। ਜੀ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਹਾਂ, ਅਸੀਂ ਸਮਾਜ ਦੀ ਸੇਵਾ ਕਰਨ ਵਾਲੇ ਹਾਂ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਸਾਡੇ ਮੁਖੀ ਨੇ ਗੁਰਮੀਤ ਰਾਮ ਰਹੀਮ ਸਿੰਘ ਨੇ ਉਹਦੀ ਨਿੰਦਾ ਕੀਤੀ ਸੀ ਔਰ ਇਹ 'ਤੇ ਦੁੱਖ ਪ੍ਰਗਟ ਕੀਤਾ ਸੀ ਤੇ ਸਾਰੇ ਅਖਬਾਰਾਂ 'ਚ ਛਾਪਿਆ ਸੀ। ਸਾਡੇ ਖਿਲਾਫ ਪੜਤਾਲ ਹੋਈ, CBI ਨੇ ਬਹੁਤ ਚੰਗੀ ਪੜਤਾਲ ਕੀਤੀ ਤੇ ਸਾਨੂੰ ਕਲੀਨ ਚਿੱਟ ਦਿੱਤੀ ਹੈ। ਹੁਣ ਪੁਲਿਸ ਸਾਨੂੰ ਫਸਾਉਣ ਨੂੰ ਫਿਰਦੀ ਹੈ। ਉਸ ਸਾਰੇ ਪ੍ਰੈਸ ਨੋਟ ਨੂੰ ਪੜ੍ਹੋ ਤੇ ਉਹ 'ਚ CBI ਦੀਆਂ ਸਿਫਤਾਂ ਹੀ ਸਿਫਤਾਂ ਨੇ। ਜੀ, ਪਰ ਦੂਜਾ ਪੱਖ ਇਹ ਆ ਕਿ ਜਿਹੜੀਆਂ 2 ਸਾਧਵੀਆਂ ਨਾਲ ਬਲਾਤਕਾਰ ਹੋਇਆ ਤੇ ਦੋਵਾਂ ਕੇਸਾਂ ਵਿੱਚ ਡੇਰਾ ਮੁਖੀ ਨੂੰ ਸਜ਼ਾ ਦਿੱਤੀ ਗਈ, ਪੜਤਾਲ ਤੇ ਉਹਨਾਂ ਦੀ ਵੀ CBI ਨੇ ਕੀਤੀ ਸੀ। ਜੀ ਕਿ ਡੇਰੇ ਵਾਲੇ ਕਹਿਣਗੇ ਕਿ CBI ਨੇ ਉੱਥੇ ਪੜਤਾਲ ਠੀਕ ਕੀਤੀ ਸੀ? ਉੱਥੇ ਨਹੀਂ ਕਹਿਣਗੇ। ਪੱਤਰਕਾਰ ਛਤਰਪਤੀ ਉੱਥੇ ਇਹਨਾਂ ਦੇ ਆਪਣੇ ਸਿਰਸੇ ਦੇ ਵਿੱਚ ਹੀ ਪੱਤਰਕਾਰ ਸੀ, ਉਹ ਇਸ ਡੇਰੇ ਦੀਆਂ ਘਟੀਆ ਗੱਲਾਂ ਸਾਰੀਆਂ ਦੀ ਰਿਪੋਰਟ ਕਰਦਾ ਹੁੰਦਾ ਸੀ। ਉਹਦਾ ਕਤਲ ਹੋ ਗਿਆ। ਉਸ ਕਤਲ ਤੋਂ ਬਾਅਦ, ਕਿਉਂਕਿ ਕਤਲ ਕਰਾਉਣ 'ਚ ਡੇਰੇ ਦੇ ਮੈਨੇਜਰ ਦਾ ਹੱਥ ਸੀ, ਫਿਰ ਮੈਨੇਜਰ ਦਾ ਕਤਲ ਹੋ ਗਿਆ। ਉਸ ਪੱਤਰਕਾਰ ਦੇ ਕਤਲ ਦੀ ਵੀ ਪੜਤਾਲ CBI ਨੇ ਕੀਤੀ ਸੀ। ਉਹਦੇ ਵਿੱਚ ਵੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਈ ਆ ਕਿ ਇਹ ਕਹਿਣਗੇ ਕਿ CBI ਨੇ ਉਹ ਵੀ ਠੀਕ ਕੀਤਾ ਸੀ। ਇਹ ਸਿਰਫ ਆਪਣੇ ਵਾਲੀ ਕਲੋਜ਼ਰ ਰਿਪੋਰਟ ਨੂੰ, ਜਿਹੜੀ ਕਲੋਜ਼ਰ ਰਿਪੋਰਟ ਅਸਲ 'ਚ ਹੈ ਹੀ ਨਹੀਂ, ਘਟਾ ਪਾਉਣ ਵਾਲੀ ਰਿਪੋਰਟ ਹੈ ਕਿ 4 ਸਾਲ ਲਾ ਕੇ ਇਹਨਾਂ ਕਹਿਤਾ
ਉੱਥੇ ਤਾਂ ਜੀ ਫਿੰਗਰਪ੍ਰਿੰਟ ਨਹੀਂ ਮਿਲੇ, ਫੁੱਟਪ੍ਰਿੰਟ ਨਹੀਂ ਮਿਲੇ। ਉਹ ਰਿਪੋਰਟ ਹੈ ਹੀ ਨਹੀਂ, ਕਿਉਂਕਿ ਉਹ 'ਚ ਦੱਸਿਆ ਹੀ ਨਹੀਂ ਗਿਆ ਕਿ ਤੁਸੀਂ ਗਏ ਕਿੱਥੇ ਹੋ, ਤੁਸੀਂ ਕੋਈ ਕੀਤਾ, ਕੋਈ ਪੁੱਛ ਪੜਤਾਲ ਕੀਤੀ। ਬੰਦੇ ਫੜੇ, ਜ਼ਮਾਨਤਾਂ ਕਰਾ ਲਈਆਂ। ਜੇ ਫੁੱਟਪ੍ਰਿੰਟ ਨਹੀਂ ਸੀ, ਜੇ ਫਿੰਗਰਪ੍ਰਿੰਟ ਨਹੀਂ ਸੀ, ਤੇ ਫਿਰ ਉਹ ਜ਼ਮਾਨਤਾਂ ਬੰਦਿਆਂ ਦੀਆਂ ਕਿਉਂ ਕਰਾਈਆਂ ਸੀ? CBI ਨੇ ਸਾਰਾ ਕੁਝ ਕਰ ਲਿਆ ਸੀ, ਉੱਪਰੋਂ ਕਿਸੇ ਨੇ ਤੜਾਵਾਂ ਖਿੱਚੀਆਂ, ਤੇ CBI ਨੂੰ ਇਹ ਹੁਕਮ ਹੋ ਗਿਆ ਕਿ ਆਪਾਂ ਬੰਦੇ ਬਚਾਉਣੇ ਆ, ਤੇ ਬੰਦੇ ਬਚਾਉਣ ਵਾਸਤੇ ਕਲੋਜ਼ਰ ਰਿਪੋਰਟ ਦੇ ਦਿੱਤੀ। ਜਦੋਂ ਵੇਖਿਆ ਪੰਜਾਬ ਸਰਕਾਰ ਅੱਗੇ ਅੜ ਗਈ ਆ ਕਿ ਅਸੀਂ ਤੇ ਪੜਤਾਲ ਕਰਾਉਣੀ ਹੈ, ਤੇ ਫਿਰ CBI ਨੇ ਆਖਿਆ ਜੀ ਕਲੋਜ਼ਰ ਰਿਪੋਰਟ ਛੱਡੋ, ਅਸੀਂ ਦੁਬਾਰਾ ਪੜਤਾਲ ਕਰਨੀ ਹੈ। ਦੁਬਾਰਾ ਤੁਸੀਂ ਕਾਹਦੀ ਕਰਨੀ ਹੈ? ਹੁਣ ਡੇਰੇ ਵਾਲੇ CBI ਦੀਆਂ ਸਿਫਤਾਂ ਕਰਨ ਤੋਂ ਨਹੀਂ ਹਟਦੇ, ਪਰ ਜੇ CBI ਦੀਆਂ ਸਿਫਤਾਂ ਕਰਨੀਆਂ ਤੇ ਪਹਿਲਾਂ ਫਿਰ ਇਹ ਮੰਨਣ ਕਿ ਸਾਡੇ ਡੇਰਾ ਮੁਖੀ ਨੇ ਸੱਚੀ ਮੁੱਚੀ ਬਲਾਤਕਾਰ 2 ਕੀਤੇ ਸੀ ਤੇ CBI ਨੇ ਸੱਚਾ ਫੜਾਇਆ। ਫਿਰ ਇਹ ਮੰਨਣ ਕਿ ਸਾਡੇ ਡੇਰਾ ਮੁਖੀ ਨੇ ਪੱਤਰਕਾਰ ਛਤਰਪਤੀ ਦਾ ਕਤਲ ਕੀਤਾ ਸੀ ਤੇ CBI ਨੂੰ ਕਰੀ। ਫਿਰ ਇਹ ਮੰਨਣ ਕਿ ਉਸ ਦਿਨ ਜਦੋਂ ਡੇਰਾ ਮੁਖੀ ਨੂੰ ਸਜ਼ਾ ਹੋਣੀ ਸੀ, ਜਦੋਂ ਉਹਨੂੰ ਉੱਥੇ ਲੈ ਕੇ ਗਏ ਪੰਚਕੂਲੇ, ਅਸੀਂ 1.5 ਲੱਖ ਬੰਦੇ ਉੱਥੇ ਇਕੱਠੇ ਕੀਤੇ। ਜਿਹੜੇ 40 ਲੋਕ ਉਦੋਂ ਮਾਰੇ ਗਏ ਸਨ, 29 ਉੱਥੇ ਮਰੇ ਸੀ, 11 ਸਿਰਸੇ 'ਚ ਮਰੇ ਸੀ। ਫਿਰ ਉਹਨਾਂ ਦੇ ਕਤਲ ਦੀ ਜ਼ਿੰਮੇਵਾਰੀ ਵੀ ਲੈ ਲੈਣ। ਉਹ ਡੇਰਾ ਜਿਹੜਾ ਆਪਣੇ ਪ੍ਰੈਸ ਨੋਟ 'ਚ ਉਹਦੀ ਗੱਲ ਕਰਦਾ ਨਹੀਂ ਜੀ। ਇਸ ਇੱਕ ਗੱਲ ਨੂੰ ਲੈ ਕੇ CBI ਦੀਆਂ ਸਿਫਤਾਂ ਵੀ ਕਰਦੀਆਂ ਤੇ ਆਪਣਾ ਪ੍ਰੈਸ ਨੋਟ ਵੀ ਜਾਰੀ ਕਰਤਾ। ਇਹ ਕਿਸੇ ਦੇ ਸੰਘੋਂ ਨਹੀਂ ਉਤਰਨਾ, ਇੱਦਾਂ ਲੋਕਾਂ ਦੇ ਅੱਖੀਂ ਘਟਾ ਨਹੀਂ ਪਾਇਆ ਜਾ ਸਕਦਾ ਜੀ। ਪੰਨੂ ਸਾਹਿਬ, ਕਿਸਾਨ ਯੂਨੀਅਨ ਰਾਜੇਵਾਲ ਕਹਿੰਦੀ ਕਿ ਅਸੀਂ ਸੜਕਾਂ ਰੋਕਾਂਗੇ। ਕੇਂਦਰ ਸਰਕਾਰ ਵੱਲੋਂ ਆਰਡੀਨੈਂਸ ਜਿਹੜੇ ਲਿਆਂਦੇ ਆ ਉਹਨਾਂ ਦਾ ਵਿਰੋਧ ਪਹਿਲਾਂ ਵੀ ਹੋ ਰਿਹਾ ਤੇ ਹੁਣ ਹੋਰ ਅੱਗੇ ਰਹਿ ਸਕਦਾ। ਤੁਸੀਂ ਕਿਵੇਂ ਦੇਖਦੇ ਹੋ ਇਸ ਸਭ ਨੂੰ? ਸਾਰੇ ਵਿਰੋਧ ਕਰਦੇ ਆ ਸਵੈ ਸੁਖਬੀਰ ਸਿੰਘ ਬਾਦਲ ਤੋਂ ਜੀ। ਹੁਣ ਕੱਲ੍ਹ ਸੁਖਬੀਰ ਸਿੰਘ ਬਾਦਲ ਨੇ ਨਰਮ ਜੀ ਬੋਲੀ 'ਚ ਇੱਕ ਗੱਲ ਦਾ ਵਿਰੋਧ ਕੀਤਾ ਕਿ ਤੁਸੀਂ ਤਾਂ ਜੀ ਕੇਂਦਰ ਸਰਕਾਰ ਵਾਲਿਓ ਰਾਜਾਂ ਦੇ ਅਧਿਕਾਰ ਘਟਾਉਂਦੇ ਪਏ। ਤੁਸੀਂ ਤੇ ਇਹ ਵੀ ਫੈਸਲਾ ਕਰ ਲਿਆ ਬਿਜਲੀ ਆਰਡੀਨੈਂਸ ਦੇ ਵਿੱਚ ਕਿ ਅੱਗੇ ਤੋਂ ਜਿਹੜੀਆਂ ਸੂਬਿਆਂ 'ਚ ਸਟੇਟਸ ਵਿੱਚ ਬਿਜਲੀ ਰੈਗੂਲੇਟਰੀ ਅਥਾਰਟੀਜ਼ ਨੇ, ਉਹਨਾਂ ਦੇ ਚੇਅਰਮੈਨ ਵੀ ਤੁਸੀਂ ਅਪਾਇੰਟ ਕਰਿਆ ਕਰਨੇ ਆ, ਤੇ ਫਿਰ ਸੂਬਿਆਂ ਕੋਲ ਕਿਹੜਾ ਅਧਿਕਾਰ ਰਹਿ ਗਿਆ? ਇਹ ਆਰਡੀਨੈਂਸ ਇੰਨਾ ਨੰਗਾ ਮੁੰਗਾ ਕਿਸਾਨਾਂ ਦੇ ਵੀ ਖਿਲਾਫ ਹੈ, ਸੂਬਿਆਂ ਦੀਆਂ ਸਰਕਾਰਾਂ ਦੇ ਵੀ ਖਿਲਾਫ ਹੈ ਜੀ। ਉਹਦੇ ਤੋਂ ਬਾਅਦ ਤਾਂ ਸੂਬਿਆਂ ਦੀਆਂ ਸਰਕਾਰਾਂ ਮਿਊਨਿਸਪਲ ਕਮੇਟੀਆਂ ਨਾਲੋਂ ਵੀ ਭੈੜੀਆਂ ਹੋ ਜਾਣੀਆਂ ਕਿ ਸਾਰੇ ਹੱਕ ਕੇਂਦਰ ਕੋਲ ਚਲੇ ਗਏ। ਇਹ ਇੱਥੇ ਸਿਰਫ ਨਾਮ ਆਪਣੇ ਨਾਂ ਦੇ ਮੰਤਰੀ ਰਹਿ ਜਾਣਗੇ, ਕੀ ਕਰਨਗੇ ਇਹ ਸਾਰੇ ਕੁਝ ਦਾ ਹਰ ਪਾਸੇ ਵਿਰੋਧ ਹੋ ਰਿਹਾ ਸੀ। ਹੁਣ ਜਿਹੜੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ 20 ਤਰੀਕ ਨੂੰ ਪ੍ਰੋਟੈਸਟ ਕਰਾਂਗੇ। ਸਾਡੇ ਵਰਕਰ ਜਿਹੜੇ ਆ ਉਹ ਉਸ ਦਿਨ 3 ਘੰਟਿਆਂ ਵਾਸਤੇ ਆਪਣੇ ਟਰੈਕਟਰ ਲੈ ਕੇ ਘਰਾਂ ਤੋਂ ਨਿਕਲਣਗੇ। ਨੇੜੇ ਜਿਹੜਾ ਵੀ ਕੋਈ ਹਾਈਵੇ ਜਾਂ ਐਕਸਪ੍ਰੈਸਵੇ ਆ ਜੀ, ਜਿੰਨੇ ਵੀ ਸਟੇਟ ਹਾਈਵੇ ਜਾਂ ਨੈਸ਼ਨਲ ਹਾਈਵੇ ਆ, ਇਹਨਾਂ ਸਾਰਿਆਂ ਦੇ ਉੱਤੇ ਸੜਕਾਂ ਨਹੀਂ ਰੋਕਣਗੇ। ਸੜਕਾਂ ਦੇ ਨਾਲ ਇੱਕ ਪਾਸੇ ਟਰੈਕਟਰਾਂ ਦੀ ਲਾਈਨ ਲਾ ਕੇ ਤੇ ਪ੍ਰੋਟੈਸਟ ਆਪਣਾ ਕਰਨਗੇ ਕਿ ਆ ਵੇਖੋ ਅਸੀਂ ਆਏ ਹਾਂ। ਇਹਦੇ ਦੌਰਾਨ ਇਹ ਵੀ ਆਖਿਆ ਕਰੋਨਾ ਵਾਇਰਸ ਹੈ, ਇਹਦਾ ਕਰਕੇ ਮਾਸਕ ਪਾਏ ਜਾਣਾ ਜ਼ਰੂਰੀ ਹੈ। ਸਾਡਾ ਹਰ ਕਿਸਾਨ ਨਿਯਮਾਂ ਦੇ ਮੁਤਾਬਕ ਮਾਸਕ ਵੀ ਪਾ ਕੇ ਆਵੇਗਾ ਔਰ ਇਹਨਾਂ ਸਭ ਸੜਕਾਂ ਦੇ ਉੱਤੇ ਅਸੀਂ ਟਰੈਕਟਰ ਖੜੇ ਕਰ ਦਿਆਂਗੇ ਕੇਂਦਰ ਸਰਕਾਰ ਨੂੰ ਇਹ ਦੱਸਣ ਵਾਸਤੇ ਕਿ ਪੰਜਾਬ ਦੇ ਕਿਸਾਨ ਇਹ ਮਹਿਸੂਸ ਕਰਦੇ ਆ ਕਿ ਤੁਸੀਂ ਸਾਡੇ ਢਿੱਡ ਤੇ ਲੱਤ ਮਾਰਨ ਲੱਗੇ ਜੇ। ਉਹ ਜੋ ਕੁਝ ਉਹਨਾਂ ਨੇ ਫੈਸਲਾ ਕੀਤਾ। ਹੁਣ ਇਸ ਤੋਂ ਬਾਅਦ ਵੇਖੋ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਕੀ ਕਰਦੀਆਂ। ਘੱਟੋ ਘੱਟ ਇੱਕ ਨੇ ਤਾਂ ਕੀਤਾ ਨਾ, ਹੁਣ ਬਾਕੀ ਵੀ ਜੇ ਨਾਲ ਤੁਰ ਪੈਣ ਤੇ ਉਸੇ ਦਿਨ ਸਾਰੇ ਫੈਸਲਾ ਕਰ ਲੈਣ ਤੇ ਮੇਰਾ ਖਿਆਲ ਹੈ ਕਿ ਉਸ ਦਿਨ ਪੰਜਾਬ ਦੇ ਵਿੱਚ ਹਰ ਸੜਕ ਤੇ ਟਰੈਕਟਰ ਨਜ਼ਰ ਆਉਣਗੇ। ਪੰਜਾਬ 'ਚ ਇਸ ਵੇਲੇ 6 ਲੱਖ ਦੇ ਕਰੀਬ ਟਰੈਕਟਰ ਤੁਰੇ ਫਿਰਦੇ ਜੀ। ਜਦੋਂ ਇੰਨੇ ਟਰੈਕਟਰ ਸੜਕਾਂ ਤੇ ਆ ਗਏ, ਕੇਂਦਰ ਸਰਕਾਰ ਨੂੰ ਵੀ ਪਤਾ ਲੱਗ ਜਾਏਗਾ ਕਿ ਪੰਜਾਬ ਦੇ ਲੋਕ ਕੀ ਕਹਿੰਦੇ ਆ। ਤੇ ਜਿਹੜੇ ਇੱਥੇ ਬੈਠੇ ਭਾਜਪਾ ਵਾਲੇ ਕੇਂਦਰ ਦੀ ਚਾਪਲੂਸੀ ਕਰਦੇ ਆ, ਜਿਹੜਾ ਸੁਖਬੀਰ ਸਿੰਘ ਬਾਦਲ ਅਜੇ ਤੱਕ ਕੇਂਦਰ ਦੇ ਖਿਲਾਫ ਗੱਲ ਕਰਨ ਲੱਗਾ ਥੋੜਾ ਜਿਹਾ ਘੁੰਡ ਰੱਖ ਕੇ ਗੱਲ ਕਰਦਾ, ਓਲਾ ਜਿਹਾ ਕਰਕੇ ਤੇ ਗੱਲ ਕਰਦਾ, ਮਾੜੀ ਮੋਟੀ ਪੋਲੀ ਜੀ ਵੀ ਉਹ ਕਿਤੇ ਨਾਰਾਜ਼ ਵੀ ਨਾ ਹੋ ਜਾਂਦੇ, ਹੁਣ ਉਹਨੂੰ ਵੀ ਚੁੱਪ ਤੋੜਨੀ ਪੈ ਸਕਦੀ ਆ। ਇਹ ਐਕਸ਼ਨ ਉਹਨਾਂ ਨੇ ਇਸ ਤਰ੍ਹਾਂ ਦਾ ਲਿਖਿਆ ਜੀ। ਪੰਨੂ ਸਾਹਿਬ, ਦੁਬਈ ਦੀ ਸਰਕਾਰ ਨੇ ਕੁਝ ਪਾਬੰਦੀਆਂ ਹਟਾਈਆਂ, ਕਹਿੰਦੇ ਕਿ ਲੋਕ ਇੱਧਰ ਉੱਧਰ ਆ ਸਕਣਗੇ। ਕਿਹੜੇ ਲੋਕ ਆ ਜੀ? ਦੇਖੋ, ਸਾਡੇ ਬਹੁਤ ਸਾਰੇ ਲੋਕ ਹੈ ਜਿਹੜੇ ਵਿਦੇਸ਼ਾਂ 'ਚ ਜਾ ਕੇ ਸਿਟੀਜ਼ਨ ਬਣੇ ਆ, ਪਰ ਗਲਫ ਦੇ ਦੇਸ਼ਾਂ 'ਚ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਂਦੀ ਜੀ। ਸਾਡੇ ਬੜੇ ਲੋਕ ਹੈ ਜਿਹੜੇ ਦੂਸਰੇ ਦੇਸ਼ਾਂ 'ਚ ਜਾ ਕੇ ਉਹਨਾਂ ਨੇ ਪਰਮਾਨੈਂਟ ਰੈਜ਼ੀਡੈਂਟਸ਼ਿਪ ਲੈ ਲਈ ਹੈ, ਪੂਰੇ ਰਿਹਾਇਸ਼ੀ ਅਧਿਕਾਰ ਨੇ। ਇੱਥੇ ਵੀ ਇਹਨਾਂ ਦਾ ਆਪਣੀ ਕਿਸਮ ਦਾ ਸਿਸਟਮ ਹੈ ਜਿਸ 'ਚ ਪੱਕੇ ਕਰ ਦਿੰਦੇ ਆ ਤੇ ਦੁਬਈ 'ਚ ਲੋਕੀ ਰਹਿ ਸਕਦੇ ਆ ਜੀ। ਉਹ ਜਿਹੜੇ ਲੋਕ ਰਹਿ ਸਕਦੇ ਆ ਉਹਨਾਂ 'ਚੋਂ ਜਿੰਨੇ ਲੋਕ ਨੌਕਰੀਆਂ ਤੋਂ ਜਵਾਬ ਹੋ ਗਿਆ ਇੱਥੇ ਆ ਗਏ ਜਾਂ ਛੁੱਟੀਆਂ ਕੱਟਣ ਇੱਥੇ ਆਏ ਸੀ, ਉਦੋਂ ਬਾਅਦ ਫਲਾਈਟਸ ਬੰਦ ਹੋ ਗਈਆਂ, ਉਹ ਜਾ ਨਹੀਂ ਸਕਦੇ। ਉਹਦੇ ਸਬੰਧ 'ਚ ਬੜੇ ਚਿਰ ਦੀ ਮੰਗ ਉੱਠਦੀ ਸੀ ਕਿ ਇਹਨਾਂ ਨੂੰ ਜਾਣ ਦਿੱਤਾ ਜਾਵੇ, ਉੱਥੇ ਕੰਮ ਕਰਨ ਦਿੱਤਾ ਜਾਵੇ, ਹੁਣ ਤੱਕ ਨਹੀਂ ਸੀ। ਹੁਣ ਨਵੀਂ ਸਥਿਤੀ ਇਹ ਹੈ ਕਿ ਜਿਹੜਾ ਭਾਰਤ ਸਰਕਾਰ ਤੇ ਦੁਬਈ ਵਾਲੇ ਨੇ, UAE ਵਾਲੇ ਨੇ ਜੀ, ਉਹਨਾਂ ਨੇ ਆਪਸ ਵਿੱਚ ਇੱਕ ਸਮਝੌਤਾ ਕਰ ਲਿਆ ਕਿ ਇਹ ਜਿੰਨੇ ਲੋਕ ਇੱਥੇ ਫਸੇ ਹੋਏ ਆ ਇਹਨਾਂ ਨੂੰ ਹੁਣ ਉੱਥੋਂ ਦੀ ਜਿਹੜੀ UAE ਦੀ ਸਰਕਾਰ ਆ ਉਹ ਆਪਣੇ ਕੋਲ ਆਉਣ ਦੇਵੇਗੀ, ਮੁੜਨ ਦੇਵੇਗੀ, ਪਰ ਸਿਰਫ ਉਹਨਾਂ ਨੂੰ ਜਿਨ੍ਹਾਂ ਦੇ ਕੋਲ ਉੱਥੇ ਪੱਕੇ ਰਹਿਣ ਦਾ ਪਰਮਿਟ ਹੈ। ਸਿਟੀਜ਼ਨਸ਼ਿਪ ਤੇ ਹੈ ਹੀ ਨਹੀਂ ਜੀ, ਜਿਨ੍ਹਾਂ ਕੋਲ ਪੱਕੇ ਰਹਿਣ ਦਾ ਪਰਮਿਟ ਹੈ। ਅੱਗੇ ਇੱਥੋਂ ਫਲਾਈਟਸ ਚੱਲਦੀਆਂ ਨੇ,
ਉਹ ਮਰਸੀ ਫਲਾਈਟਸ ਕੋਈ ਉਹਨਾਂ ਨੂੰ ਕਹਿ ਦਿੰਦਾ, ਕੋਈ ਭਾਰਤ ਵੰਦੇ ਆਪਰੇਸ਼ਨ ਕਹਿ ਦਿੰਦਾ, ਜੀ ਜੋ ਮਰਜ਼ੀ ਕਹੀ ਜਾਣ। ਉੱਥੋਂ ਜਿਹੜੇ ਫਸੇ ਹੋਏ ਭਾਰਤੀ ਆ ਉਹਨਾਂ ਨੂੰ ਲਿਆਉਣ ਵਾਸਤੇ ਫਲਾਈਟਸ ਚੱਲਦੀਆਂ ਨੇ। ਹੁਣ ਇਹ ਦੋਵਾਂ ਧਿਰਾਂ 'ਚ ਤੈਅ ਹੋ ਗਿਆ ਕਿ ਦੁਬਈ ਦੀ ਵੀ 에ਅਰਲਾਈਨ ਆਵੇਗੀ, ਇੱਥੋਂ ਭਾਰਤ ਦੀ ਵੀ। ਜੀ ਉਹ ਦੋਵੇਂ 에ਅਰਲਾਈਨ ਜਿਹੜੀਆਂ ਨੇ ਉਹ ਉਧਰੋਂ ਉਹਨਾਂ ਲੋਕਾਂ ਨੂੰ ਲੈ ਕੇ ਆਉਣਗੀਆਂ ਜਿਹੜੇ ਭਾਰਤੀ ਨੇ ਉੱਥੇ ਸੈਰ ਸਪਾਟੇ ਲਈ ਗਏ, ਫਸ ਗਏ, ਵੀ ਲੱਖਾਂ ਦੀ ਗਿਣਤੀ ਸੀ, ਐਡੇ ਸਾਰੇ ਆ ਤਾਂ ਨਹੀਂ ਗਏ, ਜਾਂ ਕਾਰੋਬਾਰ ਲਈ ਗਏ ਸੀ ਜੀ ਜਾਂ ਰਿਸ਼ਤੇਦਾਰੀ 'ਚ ਗਏ ਸੀ, ਉਹਨਾਂ ਸਭ ਲਿਆਉਣਗੀਆਂ। ਤੇ ਇੱਧਰੋਂ ਜਾਣ ਲੱਗਿਆ ਭਾਰਤ ਦੀ ਇੰਡੀਅਨ 에ਅਰਲਾਈਨਸ, 에ਅਰ ਇੰਡੀਆ ਤੇ ਉਹਨਾਂ ਦੀ ਜਿਹੜੀ ਆ 에ਅਰਲਾਈਨ, ਇਹ ਦੋਵੇਂ ਇੱਥੋਂ ਭਾਰਤ ਤੋਂ ਜਾਣ ਲੱਗਿਆ ਵੀ ਜਿਹੜੇ ਵਰਕਰਾਂ ਨੇ ਜਾਂ ਦੂਸਰੇ ਲੋਕਾਂ ਨੇ ਉੱਥੇ ਜਾਣਾ, ਉਹਨਾਂ ਨੂੰ ਨਾਲ ਲੈ ਕੇ ਜਾਣਗੀਆਂ ਔਰ ਉੱਥੋਂ ਦੀ ਸਰਕਾਰ ਉਹਨਾਂ ਨੂੰ ਆਗਿਆ ਦੇਵੇਗੀ। ਉਹ ਇੱਕ ਕਿਸਮ ਦਾ ਉਹਨਾਂ ਦੇ ਵਾਸਤੇ ਰਾਹ ਖੁੱਲ੍ਹ ਗਿਆ। ਇਹ 12 ਤਰੀਕ ਤੋਂ ਫਲਾਈਟ ਸ਼ੁਰੂ ਹੋਣੀਆਂ ਨੇ, ਅੱਜ 10 ਤਾਂ ਹੋ ਗਈ ਹੈ ਜੀ, ਪਰਸੋਂ ਤੋਂ ਸ਼ੁਰੂ ਹੋਣੀਆਂ ਨੇ ਤੇ ਚੱਲਣੀਆਂ ਨੇ 20 ਤੱਕ। ਉਦੋਂ ਤੱਕ ਦਾ ਤਜਰਬਾ ਵੇਖ ਕੇ ਫਿਰ ਇਹਨਾਂ ਫਲਾਈਟਸ ਨੂੰ ਵਧਾਇਆ ਵੀ ਜਾ ਸਕਦਾ, ਉਦੋਂ ਨਵੇਂ ਸਿਰੋਂ ਫੈਸਲਾ ਹੋ ਜਾਏਗਾ। ਪਰ ਜਿਹੜੇ ਲੋਕ ਭਾਰਤ ਵਿੱਚ ਅਜੇ ਤੱਕ ਫਸੇ ਹੋਏ ਆ ਜਾਂ ਹੋਰ ਥਾਵਾਂ 'ਤੇ ਫਸੇ ਆ, ਜੀ ਉਹਨਾਂ ਸਾਰਿਆਂ ਨੂੰ ਚਾਹੀਦਾ ਕਿ ਇਹਦੇ ਬਾਰੇ ਛੇਤੀ ਤਾਲਮੇਲ ਕਰ ਲੈਣ। ਉਹ ਹੁਣ ਜਾਣਾ ਚਾਹੁਣ ਤੇ ਜਾ ਸਕਦੇ ਆ। ਇਹਨਾਂ ਫਲਾਈਟਸ ਦੇ ਉੱਤੇ ਸਿਰਫ ਉਹ ਲੋਕ ਜਾਣੇ ਆ ਜਿਨ੍ਹਾਂ ਦੁਬਈ ਤੱਕ ਜਾਣਾ, ਅੱਗੇ ਜਾਣ ਵਾਲਾ ਕੋਈ ਨਹੀਂ ਹੋਣਾ। ਅੱਧ ਵਿਚਾਲੇ ਕਿਤੇ ਖਲੋਣੀ ਨਹੀਂ। ਇਸ ਕਰਕੇ ਜਿਨ੍ਹਾਂ ਨੂੰ ਲੋੜ ਆ, ਲੋੜ ਮੁਤਾਬਕ ਅਪਲਾਈ ਕਰ ਸਕਦੇ ਆ। ਜੀ ਬਿਲਕੁਲ। ਪਰਮ ਸਾਹਿਬ, ਖਬਰਾਂ ਤੇ ਚਰਚਾ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।